अस्सलाम वालेकुम जी। मेरी तरफों सब ਨੂੰ ਆਦਾਬ ਕਬੂਲ ਹੋਵੇ। जैसा कि साडी नਵੇਂ ਕਾਨੂੰਨਾਂ ਦੇ ਮੁਤਾਬਕ ਜਿਹੜੀ ਤਬਦੀਲੀਆਂ ਹੋਈਆਂ ਨੇ ਅਸੀਂ ਉਹਦੇ ਤੇ ਵੀਡੀਓ ਪਾ ਰਹੇ ਹਾਂ ਔਰ ਇਹ ਸਿਲਸਿਲਾ ਜਾਰੀ ਹੋ ਸਾਰੀ ਹੈ। ਤੇ ਅੱਜ ਅਸੀਂ ਇਸ ਸਿਲਸਿਲੇ 'ਚ ਚਲਦੇ ਚਲਦੇ ਹੁਣ ਪਹੁੰਚੇ ਹਾਂ ਕਿ ਕੀ ਤਬਦੀਲੀਆਂ ਆਈਆਂ ਨੇ ਸਟੱਡੀ ਵੀਜ਼ੇ ਵਾਲੇ ਲੋਕਾਂ ਵਾਸਤੇ ਕਿ ਜਿਹੜੇ ਲੋਕ ਸਪੇਨ ਵਿੱਚ ਸਟੱਡੀ ਕਰਨ ਆਉਂਦੇ ਨੇ ਜਾਂ ਜਿਨ੍ਹਾਂ ਲੋਕਾਂ ਦਾ ਜ਼ਿਹਨ ਬਣਿਆ ਹੈ ਕਿ ਅਸੀਂ ਪਾਕਿਸਤਾਨ 'ਚ ਬੈਠ ਕੇ ਸਟੱਡੀ ਵੀਜ਼ਾ ਲਗਵਾ ਕੇ ਅਗਰ ਸਪੇਨ ਆਉਂਦੇ ਹਾਂ ਤਾਂ ਉਸ ਦਾ ਕੀ ਤਰੀਕਾਕਾਰ ਹੈ ਇਸ ਉੱਤੇ ਤੇ ਸਪੈਸ਼ਲ ਇੱਕ ਵੀਡੀਓ ਲਹਿਦਾਬੰਦੀ ਮੈਂ ਅੱਗੇ ਵੀ ਬਣਾਈ ਸੀ ਹੈ। ਅਗਰ ਕਿਸੇ ਬੰਦੇ ਨੇ ਸਵਾਲ ਕੀਤਾ ਤਾਂ ਅਸੀਂ ਇਸ ਦੇ ਉੱਤੇ ਤਫਸੀਲ ਨਾਲ ਵੀਡੀਓ ਬਣਾਵਾਂਗੇ। ਲੇਕਿਨ ਜਿਹੜਾ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਹੈ ਉਹ ਹੈ ਵੇ ਕਿ ਕੀ ਤਬਦੀਲੀਆਂ ਆਈਆਂ ਨੇ ਔਰ ਇੱਕ ਬੰਦਾ ਜਦੋਂ ਪਹੁੰਚ ਆਉਂਦਾ ਇੱਥੇ ਤੇ ਉਸ ਤੋਂ ਬਾਅਦ ਉਸ ਦਾ ਕੀ ਪ੍ਰੋਸੈਸ ਹੋਵੇਗਾ, ਉਹ ਕਿਹੜੇ ਪ੍ਰੋਸੈਸ ਦੇ ਥਰੂ ਗੁਜ਼ਰੇਗਾ, ਉਹਦੇ ਡਾਕੂਮੈਂਟੇਸ਼ਨ ਕੀ ਹੋਵੇਗੀ, ਕਿਸ ਤਰ੍ਹਾਂ ਉਹ ਆਪਣੇ ਡਾਕੂਮੈਂਟਸ ਲਏਗਾ, ਕਿਹੜੀ ਤਬਦੀਲੀਆਂ ਆਈਆਂ ਨੇ। ਅਸੀਂ ਸਾਰੀਆਂ ਚੀਜ਼ਾਂ ਨੂੰ ਓਵਰਆਲ ਇਕੱਠਾ ਕਰਕੇ ਇੱਕ ਜਗ੍ਹਾ ਤੇ ਕਰ ਦਿੱਤਾ ਤਾਂ ਕਿ ਅੱਜ ਤੋਂ ਬਾਅਦ 16 ਅਗਸਤ 2022 ਤੋਂ ਬਾਅਦ ਜਿਹੜੀ ਵੀ ਨਵੀਂ ਚੀਜ਼ ਆਈ ਹੈ ਉਸ ਨੂੰ ਅਸੀਂ ਵੀਡੀਓ ਇੱਕ ਸਿੰਪਲ ਦੀ ਵੀਡੀਓ ਬਣਾ ਦਿੱਤੀ ਹੈ ਤਾਂ ਕਿ ਜਿਹੜੇ ਬੰਦੇ ਵੀ ਅੱਜ ਤੋਂ ਬਾਅਦ ਵੀਡੀਓ ਦੇਖਣਗੇ ਉਹਨਾਂ ਨੂੰ ਪਤਾ ਚੱਲ ਜਾਏਗਾ ਕਿ ਸਪੇਨ ਦੇ ਵਿੱਚ ਅਗਰ ਕੋਈ ਬੰਦਾ ਸਟੱਡੀ ਵੀਜ਼ੇ ਤੇ ਆਉਂਦਾ ਹੈ ਜਾਂ ਵੈਸੇ ਦਾਖਲ ਹੋ ਜਾਂਦਾ ਹੈ ਜਾਂ ਜਿਸ ਤਰ੍ਹਾਂ ਵੀ ਦਾ ਸਿਲਸਿਲਾ ਬਣਦਾ ਹੈ ਉਹ ਨਾਰਮਲ ਡਾਕੂਮੈਂਟੇਸ਼ਨ ਕਿਸ ਤਰ੍ਹਾਂ ਲੈ ਸਕਦਾ ਹੈ, ਉਹ ਆਪਣੀ ਸਟੱਡੀ ਕੰਪਲੀਟ ਕਿਸ ਤਰ੍ਹਾਂ ਕਰ ਸਕਦਾ ਹੈ, ਅਗਰ ਉਹ ਕੰਮ ਦੀ ਇਜਾਜ਼ਤ ਹੈ ਤਾਂ ਕਿਸ ਤਰ੍ਹਾਂ ਕੰਮ ਕਰ ਸਕਦਾ ਹੈ, ਸਾਰਾ ਅਸੀਂ ਇਸ ਵੀਡੀਓ ਦੇ ਵਿੱਚ ਦੱਸਾਂਗੇ। ਸਿੰਪਲ ਜੀ ਬਾਤ ਹੈ ਵੇ ਕਿ ਇਸ ਤੋਂ ਪਹਿਲੇ ਕਿ ਅਸੀਂ ਸ਼ੁਰੂ ਕਰੀਏ ਹੁਣ ਜਿਹੜੀਆਂ ਤਬਦੀਲੀਆਂ ਆਈਆਂ ਨੇ ਸਟੱਡੀ ਦੇ ਹਵਾਲੇ ਦੇ ਨਾਲ, ਸਟੱਡੀ ਵੀਜ਼ੇ ਦੇ ਹਵਾਲੇ ਦੇ ਨਾਲ ਜਾਂ ਇੱਕ ਬੰਦਾ ਜਦੋਂ ਸਟੱਡੀ ਕਰ ਲੈਂਦਾ ਉਸ ਦੌਰਾਨ ਇਹ ਸਪੇਨ ਗੌਰਮੈਂਟ ਨੇ ਰੈਵੋਲੂਸ਼ਨਰੀ ਤਬਦੀਲੀਆਂ ਕੀਤੀਆਂ ਨੇ, ਬਹੁਤ ਹੀ ਆਲਾ ਤਬਦੀਲੀਆਂ ਕੀਤੀਆਂ ਨੇ। ਔਰ ਖਾਸ ਕਰਕੇ ਅਗਰ ਤੁਸੀਂ ਕੋਈ ਸਟੱਡੀ ਮਾਸਟਰ ਲੈਵਲ ਤੇ ਕੋਈ ਸਟੱਡੀ ਕਰ ਰਹੇ ਹੋ ਤਾਂ ਉਹਦੇ ਵਾਸਤੇ ਡਾਕੂਮੈਂਟੇਸ਼ਨ ਲੈਣ ਦਾ ਹਸੂਲ ਬਹੁਤ ਆਸਾਨ ਕਰ ਦਿੱਤਾ ਗਿਆ ਹੈ। ਹੁਣ ਜਿਹੜੀ ਮੇਨ ਚੀਜ਼ ਉਹ ਹੈ ਕਿ ਅਗਰ ਕੋਈ ਵੀ ਬੰਦਾ स्टडी वीज़े ते आउंदा है तो बहुत अच्छी बात है, बहुत ही ज़बरदस्त चीज़ है। लेकिन अगर कोई बंदा विजिट वीज़े ते भी स्पेन च दाखिल होंदा है और उस तो बाद वो समझदा है कि कोई यूनिवर्सिटी वगैरह विजिट करता है या चेक करता है कि ठीक है जी यार मैं ते इस कोर्स दे विच क्वालीफाई करना वा और उस दे विच अपना दाखला लै लैंदा है, ਉਹਨੂੰ ਪਿੱਛੇ ਜਾਣ ਦੀ ਜ਼ਰੂਰਤ ਨਹੀਂ ਹੈ ਕਿ ਮੈਂ ਦਾਖਲਾ ਲਿਆ ਹੁਣ ਮੈਂ ਇਹਨਾਂ ਕੋਲੋਂ ਇਨਵੀਟੇਸ਼ਨ ਲੈਟਰ ਲਾਂ ਜਾਂ ਯੂਨੀਵਰਸਿਟੀ ਕੋਲ ਲੈਟਰ ਲੈ ਕੇ ਪਾਕਿਸਤਾਨ ਜਾਂ ਇੰਡੀਆ ਜਾਵਾਂ ਜਾਂ ਉੱਥੋਂ ਜਾ ਕੇ ਵੀਜ਼ਾ ਲਗਵਾਵਾਂ ਹੈ। ਉਹਦਾ ਸਿੰਪਲ ਚੀਜ਼ ਇਹ ਹੀ ਹੈ ਕਿ ਤੁਸੀਂ ਉਹਨਾਂ ਕੋਲੋਂ ਆਉਟੋਰੀਜ਼ੇਸ਼ਨ ਦੇ ਸਟੂਡੀਓ ਜਮ੍ਹਾਂ ਕਰਾ ਦੇਣੀ ਹੈ। ਤੁਸੀਂ ਯੂਨੀਵਰਸਿਟੀ ਕੋਲ ਆਪਣਾ ਕੰਪਲੀਟ ਪ੍ਰੋਸੈਸ ਕਰਕੇ ਹੈਰੀਅਤ ਜਾਣਾ ਜੀ ਮੈਂ ਦੇਖੋ ਲੀਗਲ ਆ, ਮੈਂ ਹੁਣ ਆਪਣਾ ਚੇਂਜ ਕਰ ਲਿਆ, ਹੁਣ ਮੈਂ ਅੱਜ ਤੋਂ ਬਾਅਦ ਇੱਥੇ ਸਟੱਡੀ ਕਰਾਂਗਾ ਔਰ ਉਹ ਉਹਨੂੰ ਸਟੱਡੀ ਦਾ ਕਾਰਡ ਦੇ ਸਕਣਗੇ। ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਚੀਜ਼ ਜਿਹੜੀ ਇਹਨਾਂ ਨੇ ਇਹ ਕੀਤੀ ਹੈ ਕਿ ਜਦੋਂ ਤੁਹਾਡੇ ਕੋਲੇ ਸਟੱਡੀ ਵੀਜ਼ਾ ਹੋਵੇਗਾ ਤੇ ਤੁਸੀਂ ਉਸ ਦੀ ਬੇਸ ਤੇ ਸਪੇਨ ਦੇ ਵਿੱਚ ਕੰਮ ਕਰ ਸਕਦੇ ਹੋ। ਠੀਕ ਹੈ ਜੀ, ਯਾਨੀ ਕਿ ਤੁਸੀਂ ਜਿਹੜੀ ਵੀ ਤੁਹਾਨੂੰ ਇਜਾਜ਼ਤ ਹੋਵੇਗੀ ਨਾਰਮਲੀ 4 ਘੰਟੇ ਦੀ ਇਜਾਜ਼ਤ ਹੁੰਦੀ ਹੈ ਤੇ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰਨ ਵਾਸਤੇ ਆਪਣੇ ਸਟੱਡੀ ਦੇ ਖਰਚਾਤ ਨੂੰ ਮੇਨਟੇਨ ਕਰਨ ਵਾਸਤੇ ਤੁਸੀਂ ਕੰਮ ਕਰ ਸਕਦੇ ਹੋ। ਜਿਹੜੀ ਸਭ ਤੋਂ ਵੱਡੀ ਤਬਦੀਲੀ ਇਹਨਾਂ ਨੇ ਕੀਤੀ ਹੈ ਅੱਗੇ ਜਿਹੜੀ ਨਹੀਂ ਸੀ ਸਟੱਡੀ ਵੀਜ਼ੇ ਵਾਲਿਆਂ ਵਾਸਤੇ ਉਹ ਇਹ ਸੀ ਕਿ ਜਦੋਂ ਵੀ ਕੋਈ ਵੀ ਬੰਦਾ ਆਪਣਾ ਸਾਲ ਦਾ ਕੋਰਸ ਹੈ ਜਾਂ 2 ਦਾ ਜਾਂ 4 ਸਾਲ ਦਾ ਕੋਰਸ ਹੈ ਜਦੋਂ ਵੀ ਉਹ ਮੁਕੰਮਲ ਕਰਦਾ ਸੀ ਤੇ ਉਸ ਤੋਂ ਬਾਅਦ ਉਹਨੂੰ ਵਾਪਸ ਜਾਣਾ ਪੈਂਦਾ ਸੀ ਜਾਂ ਫਿਰ ਉਹਨੂੰ ਕੰਮ ਵਾਸਤੇ ਕਮ ਅਜ਼ ਕਮ 3 ਸਾਲ ਇੰਤਜ਼ਾਰ ਕਰਨਾ ਪੈਂਦਾ ਸੀ। ਉਸ ਤੋਂ ਬਾਅਦ ਉਹ ਕੰਮ ਵਾਲੀ ਰੈਜ਼ੀਡੈਂਸੀ ਅਪਲਾਈ ਕਰ ਸਕਦਾ ਸੀ। ਇਹ ਉਹ ਲੋਕ ਹੁੰਦੇ ਸੀ ਜਿਹੜੇ ਕਿਸੇ ਨਾ ਕਿਸੇ ਤਰੀਕੇ ਜਿਨ੍ਹਾਂ ਨੂੰ ਇਜਾਜ਼ਤ ਹੁੰਦੀ ਸੀ ਰਹਿਣ ਵਾਸਤੇ ਜਾਂ ਲੋਕ ਵਾਪਸ ਚਲੇ ਜਾਂਦੇ ਸੀ ਔਰ ਬਾਅਦ ਆ ਕੇ ਉਹ ਅਪਲਾਈ ਕਰਦੇ ਸੀ। ਹੁਣ ਉਹਨਾਂ ਨੇ ਕੀ ਕੀਤਾ ਕਿ ਨਹੀਂ ਕੋਈ ਮਸਲਾ ਨਹੀਂ ਹੈ, ਜਿਵੇਂ ਤੁਹਾਡੀ ਸਟੱਡੀ ਕੰਪਲੀਟ ਹੋਵੇਗੀ ਕਿ ਤੁਸੀਂ ਕੋਈ ਮਾਸਟਰ ਲੈਵਲ ਦਾ ਕੋਰਸ ਕਰ ਰਹੇ ਹੋ ਜੋ ਵੀ ਤੁਸੀਂ ਕਰ ਰਹੇ ਹੋ ਤੁਸੀਂ ਉਸ ਤੋਂ ਬਾਅਦ ਜਿਵੇਂ ਤੁਹਾਡੀ ਸਟੱਡੀ ਕੰਪਲੀਟ ਹੋਈ ਹੈ ਤੁਸੀਂ ਤੁਹਾਡੇ ਕੋਲ ਸਟੱਡੀ ਵਾਲਾ ਰੈਜ਼ੀਡੈਂਸੀ ਤੁਸੀਂ ਕੰਟਰੈਕਟ ਕੰਮ ਦਾ ਲੈ ਕੇ ਆਓ ਜੀ। ਠੀਕ ਹੈ ਜੀ, ਨਾਰਮਲੀ ਬੰਦੇ ਜਦੋਂ ਡਿਗਰੀ ਵਗੈਰਾ ਕੋ ਲੈਂਦੇ ਨੇ ਜਾਂ ਕੋਈ ਵੀ ਕੋਰਸ ਵਗੈਰਾ ਕੰਪਲੀਟ ਕਰਦੇ ਨੇ ਉਹਨਾਂ ਕੋਲ ਉਹ ਡਿਗਰੀ ਹੁੰਦੀ ਉਸ ਦੀ ਬੇਸ 'ਤੇ ਕੰਮ ਢੂੰਢ ਲੈਂਦੇ ਨੇ ਅਤੇ ਉਹ ਕੰਟਰੈਕਟ ਲੈ ਕੇ ਆਉਣਗੇ। ਨਾਰਮਲੀ ਐਕਸ਼ਨ ਏਰੀਆ ਉਸ ਚੀਜ਼ ਨੂੰ ਵੈਰੀਫਾਈ ਕਰੇਗਾ ਕਿ ਜਿਹੜਾ ਬੰਦਾ ਕੰਟਰੈਕਟ ਦੇ ਰਿਹਾ ਉਹ ਐਲੀਜੀਬਲ ਬੰਦਾ ਹੈ ਵੇ ਕਿ ਨਹੀਂ ਹੈ ਔਰ ਉਹ ਉਸ ਦੀ ਬੇਸ ਉੱਤੇ ਉਹਨੂੰ ਉਹ ਕੰਮ ਕਰ ਸਕੇਗਾ ਔਰ ਉਹ ਜਿਹੜਾ ਨਾਰਮਲ ਕਾਰਡ ਹੋਵੇਗਾ ਨਾ ਜੀ ਉਹ
ਸਟੱਡੀ ਵੀਜ਼ਾ ਤੋਂ ਨਾਰਮਲ ਕਾਰਡ 'ਚ ਚੇਂਜ ਹੋ ਜਾਏਗਾ, ਯਾਨੀ ਕਿ ਉਹਦੇ 'ਤੇ ਉਹ ਕੰਮ ਵੀ ਕਰ ਸਕਦਾ, ਰਹਿ ਵੀ ਸਕਦਾ। ਪਹਿਲੇ ਸੀ ਉਹਦਾ ਸਟੱਡੀ ਕਾਰਡ ਸੀ ਜਿਹਦੇ 'ਤੇ ਉਹਨੂੰ ਇੱਕ ਮਹਦੂਦ ਇਜਾਜ਼ਤ ਸੀ ਕੰਮ ਕਰਨ ਦੀ। ਉਸ ਤੋਂ ਬਾਅਦ ਜਿਵੇਂ ਦੀ ਸਟੱਡੀ ਮੁਕੰਮਲ ਹੋਣੀ ਸੀ ਉਹਨੇ ਵਾਪਸ ਜਾਣਾ ਪੈਣਾ ਸੀ, ਹੈ ਫਿਰ ਵਾਪਸ ਵੀਜ਼ਾ ਲਗਵਾ ਕੇ ਆਉਣਾ ਪੈਣਾ ਸੀ। ਇਹ ਹੁਣ ਸਿਲਸਿਲਾ ਉਹਨਾਂ ਨੇ ਖਤਮ ਕਰ ਛੜਿਆ। ਦੂਸਰੀ ਜਿਹੜੀ ਚੀਜ਼ ਹੈ ਕਿ ਜਿਹੜਾ 3 ਸਾਲ ਦਾ ਇੰਤਜ਼ਾਰ ਕਰਨਾ ਪੈਂਦਾ ਸੀ, ਇਹ ਵੀ ਸਿਲਸਿਲਾ ਉਹਨਾਂ ਨੇ ਖਤਮ ਕਰ ਛੜਿਆ। ਹੁਣ ਕੀ ਹੈ, ਜਿਵੇਂ ਤੁਹਾਡੀ ਸਟੱਡੀ ਕੰਪਲੀਟ ਹੋਵੇਗੀ ਤੁਸੀਂ ਸਿੰਪਲੀ ਆਪਣਾ ਕੰਟਰੈਕਟ ਕੰਮ ਦਾ ਜਾਂ ਆਪਣੀ ਡਿਗਰੀ ਬੇਸ 'ਤੇ ਜਿੱਥੇ ਤੁਹਾਨੂੰ ਜੋਬ ਮਿਲੀ ਹੈ ਉਹ ਤੁਸੀਂ ਕੰਮ ਦਾ ਕੰਟਰੈਕਟ ਲੈਣਾ ਹੈ, ਔਰ ਉਸ ਦੀ ਬੇਸ 'ਤੇ ਤੁਹਾਨੂੰ ਉਹ ਕਾਰਡ ਦੇ ਦੇਣਗੇ। ਕੋਈ ਪਾਕਿਸਤਾਨ ਜਾ ਕੇ ਜਾਂ ਇੰਡੀਆ ਜਾ ਕੇ ਵੀਜ਼ਾ ਲਗਵਾਉਣ ਦੀ ਜ਼ਰੂਰਤ ਨਹੀਂ ਹੈ। ਇਹ ਬਹੁਤ ਬੜੀ ਰੈਵੋਲੂਸ਼ਨਰੀ ਚੇਂਜ ਹੈ। ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਚੇਂਜ ਇਹ ਆਈ ਹੈ ਕਿ ਜਿਵੇਂ ਤੁਹਾਡੇ ਡਾਕੂਮੈਂਟਸ ਤੁਹਾਨੂੰ ਮਿਲਣਗੇ ਆਟੋਮੈਟਿਕਲੀ, ਜਿਹੜੇ ਤੁਹਾਡੇ ਫੈਮਿਲੀ ਵਾਲੇ ਮੈਂਬਰਸ ਹੋਣਗੇ ਉਹਨਾਂ ਨੂੰ ਵੀ ਨਾਲ ਡਾਕੂਮੈਂਟ ਜਿਹੜੇ ਤੁਹਾਡੇ ਡਿਪੈਂਡੈਂਟ ਹੋਣਗੇ ਉਹ ਮਿਲ ਜਾਣਗੇ। ਲੇਕਿਨ ਤੁਸੀਂ ਉਹਨਾਂ ਨਾਲ ਕੀ ਕਰਨਾ, ਤੁਸੀਂ ਸਾਬਤ ਕਰਨਾ ਹੁੰਦਾ ਹੈ ਕਿ ਇਹ ਫੈਮਿਲੀ ਮੈਂਬਰਸ ਜਿਹੜੇ ਨੇ ਇਹ ਮੇਰੇ 'ਤੇ ਡਿਪੈਂਡ ਕਰਦੇ ਨੇ ਹੈ। ਔਰ ਉਸ ਦੇ ਨਾਲ ਤੁਹਾਨੂੰ ਜਿਹੜਾ ਮਕਾਨ ਹੈ ਜਿਸ 'ਤੇ ਤੁਸੀਂ ਰਹਿੰਦੇ ਹੋ ਉਸ 'ਤੇ ਇਨਫੋਰਮ ਅਪਲਾਈ ਕਰਕੇ ਉਹ ਜਮ੍ਹਾਂ ਕਰਾਣੇ ਹੋਣਗੇ ਕਿ ਸਾਡੇ ਕੋਲ ਵਾਕਈ ਰਹਿਣ ਵਾਸਤੇ ਮਕਾਨ ਹੈ। ਇਹ 2-3 ਚੀਜ਼ਾਂ ਇਕੱਠੀਆਂ ਕਰਕੇ ਤੁਸੀਂ ਜਿਹੜਾ ਸੁਨਹਿਰੀਆਂ ਜਮ੍ਹਾਂ ਕਰਾਉਣੀਆਂ ਨੇ, ਔਰ ਉਹਨਾਂ ਨੇ ਤੁਹਾਨੂੰ ਜਨਾਬ ਕਾਰਡ ਨਾਰਮਲ ਹੋ ਜਾਣਾ। ਇਸ ਤੋਂ ਪਹਿਲੇ ਇਹ ਨਹੀਂ ਸੀ। ਇਹ ਸਟੱਡੀ ਵਾਲਿਆਂ ਵਾਸਤੇ ਬਹੁਤ ਵੱਡੀ ਚੇਂਜ ਹੈ। ਜੋ ਬੰਦੇ ਵੀ ਵੀਰ ਭਰਾ ਭੈਣਾਂ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਸਪੇਨ ਹੈ ਸਟੱਡੀ ਵੀਜ਼ੇ ਵਾਸਤੇ ਹੈ, ਉਹ ਹੋਰ ਸਟੱਡੀ ਦੀ ਬੇਸ 'ਤੇ ਡਾਕੂਮੈਂਟਸ 'ਤੇ ਲੈਣਾ ਚਾਹੁੰਦੇ ਨੇ, ਉਹਨਾਂ ਵਾਸਤੇ ਬੜਾ ਆਸਾਨ ਹੋ ਗਿਆ। ਕਿਉਂਕਿ ਇਸ ਤੋਂ ਪਹਿਲੇ ਜੋ ਹੀ ਤੁਸੀਂ ਡਿਗਰੀ ਕੰਪਲੀਟ ਕਰਦੇ ਸੀ ਤੁਹਾਨੂੰ ਪਿੱਛੇ ਜਾਣਾ ਪੈਂਦਾ ਸੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਇਹ ਆਉਂਦਾ ਕਿ ਕਿੰਨੇ ਅਰਸੇ ਦਾ ਤੁਹਾਨੂੰ ਕਾਰਡ ਮਿਲੇਗਾ। ਇਹਨਾਂ ਨੂੰ ਉਹ ਜਿਹੜਾ ਰੈਗੂਲਰ ਵਾਲਾ ਕਾਰਡ ਹੁੰਦਾ ਨਾ, ਸਾਲ ਵਾਲਾ ਕਾਰਡ, ਇਹਨਾਂ ਨੂੰ ਉਹ 1 ਸਾਲ ਦਾ ਕਾਰਡ ਮਿਲੇਗਾ। ਉਹ ਉਸ ਤੋਂ ਬਾਅਦ ਰਿਨਿਊ ਹੋ ਸਕੇਗਾ। ਹਾਂ, ਕੰਮ ਕੀ ਕਰ ਸਕਦੇ ਨੇ, ਜਿਹੜਾ ਮਰਜ਼ੀ ਕੰਮ ਕਰ ਲੈਣ, ਕੋਈ ਮਸਲਾ ਨਹੀਂ ਹੋਵੇਗਾ। ਅਗਰ ਉਹ ਆਪਣਾ ਬਿਜ਼ਨਸ ਦੀ ਬੇਸ 'ਤੇ ਵੀ ਰੈਜ਼ੀਡੈਂਸੀ ਲੈਂਦੇ ਨੇ ਤਾਂ ਉਹ ਵੀ ਇਹਨਾਂ ਵਾਸਤੇ ਆਸਾਨ ਹੈ। ਠੀਕ ਹੈ ਜੀ, ਸਟੱਡੀ ਵਾਲਿਆਂ ਵਾਸਤੇ ਬੜੀ ਵੱਡੀ ਇਨਫੋਰਮੇਸ਼ਨ ਸੀ, ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦਾ। ਓਕੇ, ਟੇਕ ਕੇਅਰ, ਅੱਲਾ ਹਾਫਿਜ਼।